Hello everyone, I am Sukhbir from Government Senior Secondary School Satiala Boys। ਅੱਜ ਅਸੀਂ ਸਮਾਜਿਕ ਦਾ ਇੱਕ ਬੜਾ ਹੀ ਮਹੱਤਵਪੂਰਨ ਲੈਸਨ ਮਨੁੱਖੀ ਸੰਸਾਧਨ ਪੜ੍ਹਨ ਜਾ ਰਹੇ ਹਾਂ। ਇਸ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਥੋੜ੍ਹਾ ਜਿਹਾ ਰਿਕੈਪਚੁਲੇਟ ਕਰ ਲਈਏ ਕਿ ਸਾਧਨ ਕੀ ਚੀਜ਼ ਹੁੰਦੇ ਨੇ। ਅਗਰ ਸਾਨੂੰ ਸਾਧਨ ਦਾ ਪਤਾ ਹੋਏਗਾ ਤਾਂ ਅਸੀਂ ਮਨੁੱਖੀ ਸਾਧਨ ਅਤੇ ਮਨੁੱਖੀ ਸੰਸਾਧਨ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ। ਠੀਕ ਹੈ। ਸਾਧਨ ਜਿਵੇਂ ਕਿ ਬੇਟਾ 8ਵੀਂ ਕਲਾਸ ਵਿੱਚ ਅਸੀਂ ਪੜ੍ਹਿਆ ਸੀ, ਸਾਧਨ ਕੀ ਹੈ? ਇੱਕ ਜ਼ਰੀਆ, ਇੱਕ ਉਹ ਉਪਾਅ ਜਿਹਦੇ ਨਾਲ ਕੋਈ ਰਾਸ਼ਟਰ ਆਪਣੀ ਆਮਦਨ ਵਿੱਚ ਵਾਧਾ ਕਰਦਾ ਹੈ। ਠੀਕ ਹੈ। ਸਾਧਨ ਇੱਕ ਰਾਸ਼ਟਰ, ਸੰਸਥਾ ਜਾਂ ਵਿਅਕਤੀ ਦੁਆਰਾ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਉਪਾਅ ਨੂੰ ਕਿਹਾ ਜਾਂਦਾ ਹੈ। ਜਿਵੇਂ ਹੁਣ ਸਾਧਨ ਕਈ ਤਰ੍ਹਾਂ ਦੇ ਨੇ, ਕੁਦਰਤੀ ਵੀ ਅਤੇ ਮਨੁੱਖ ਦੁਆਰਾ ਨਿਰਮਿਤ ਵੀ। ਕੁਦਰਤੀ ਸਾਧਨ ਜਿਵੇਂ ਕਿ ਖਣਿਜ, ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਇਹ ਸਾਰੇ ਕੁਦਰਤੀ ਸਾਧਨ ਨੇ। ਇਹ ਕੁਦਰਤੀ ਸਾਧਨਾਂ ਨੂੰ ਅਸੀਂ ਮਨੁੱਖ ਦੁਆਰਾ ਜਾਂ ਅਸੀਂ ਵਿਕਸਿਤ ਕਰਦੇ ਹਾਂ ਅਤੇ ਫਿਰ ਆਪਣਾ ਔਰ ਆਪਣੇ ਦੇਸ਼ ਦਾ ਵਿਕਾਸ ਕਰਦੇ ਹਾਂ। ਇਹ ਸਾਧਨ ਜਿਵੇਂ ਖਣਿਜ ਹੈ, ਉਹ ਜ਼ਮੀਨ ਵਿੱਚ ਪਿਆ ਰਹੇਗਾ ਤਾਂ ਉਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤਾਂ ਉਹ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਹਿੱਸਾ ਨਹੀਂ ਪਾ ਸਕਦਾ। ਇਸੇ ਤਰ੍ਹਾਂ ਹਵਾ ਅਤੇ ਸੂਰਜ ਦੀ ਰੋਸ਼ਨੀ ਨੂੰ ਜੇ ਮਨੁੱਖ ਆਪਣੀ ਸੂਝ ਬੂਝ ਨਾਲ ਨਹੀਂ ਵਰਤੇਗਾ, ਜਿਵੇਂ ਕਿ ਹੁਣ ਮਨੁੱਖ ਸੂਰਜ ਤੋਂ ਸੋਲਰ ਐਨਰਜੀ ਪ੍ਰਾਪਤ ਕਰਦਾ ਆ, ਬਿਜਲੀ ਪ੍ਰਾਪਤ ਕਰਦਾ ਆ, ਉਹ ਆਪਣੀ ਸੂਝ ਬੂਝ ਅਤੇ ਆਪਣੀ ਵਿੱਦਿਆ ਔਰ ਆਪਣੀ ਅਕਲ ਨੂੰ ਵਰਤ ਕੇ ਇਹਨਾਂ ਸਾਧਨਾਂ ਨੂੰ ਵਰਤਦਾ ਆ ਔਰ ਆਪਣੇ ਵਿਕਾਸ ਵਾਸਤੇ ਉਸ ਦੀ ਵਰਤੋਂ ਕਰਦਾ ਆ ਔਰ ਆਪਣੇ ਇਹਨਾਂ ਸਾਧਨਾਂ ਨੂੰ ਵਿਕਸਿਤ ਕਰਦਾ ਆ, ਆਪਣੇ ਦੇਸ਼ ਦਾ ਵਿਕਾਸ ਕਰਦਾ ਆ। ਯਾਨੀ ਸਾਧਨ ਜਿਹੜਾ ਆ ਉਹ ਬਹੁਤ ਜ਼ਰੂਰੀ ਨੇ, ਪਰ ਸਾਧਨ ਉਹਨਾਂ ਦੇਰ ਤੱਕ ਸਾਡਾ ਬਹੁਤਾ ਫਾਇਦਾ ਨਹੀਂ ਕਰ ਸਕਦੇ ਜਿੰਨਾ ਦੇਰ ਤੱਕ ਮਨੁੱਖ ਉਹਨਾਂ ਦਾ ਵਿਕਾਸ ਨਾ ਕਰੇ ਜਾਂ ਮਨੁੱਖ ਉਹਨਾਂ ਦੀ ਵਰਤੋਂ ਸੁਚੱਜੇ ਢੰਗ ਨਾਲ ਨਾ ਕਰੇ। ਇਸੇ ਲਈ ਸਾਧਨ ਤੋਂ ਬਾਅਦ ਬੜਾ ਇੰਪੋਰਟੈਂਟ ਜਿਹੜਾ ਮਨੁੱਖੀ ਸਾਧਨ ਇੱਕ ਬੜੀ ਇੰਪੋਰਟੈਂਟ ਚੀਜ਼ ਆ। ਮਨੁੱਖੀ ਸਾਧਨ ਕੀ ਹੈ? ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ, ਇਸ ਦੇ ਵਿਦਿਅਕ ਗੁਣ, ਉਤਪਾਦਕਤਾ ਨੂੰ ਹੀ ਮਨੁੱਖੀ ਸਾਧਨ ਕਿਹਾ ਜਾਂਦਾ ਹੈ। ਯਾਨੀ ਕਿਸੇ ਦੇਸ਼ ਦੇ ਰਹਿਣ ਵਾਲੇ ਲੋਕ, ਉਹਨਾਂ ਦੀ ਕੁਸ਼ਲਤਾ, ਉਹ ਕਿੰਨੇ ਕੁ ਮਾਹਿਰ ਨੇ, ਉਹ ਕਿੰਨੇ ਕੁ ਨਿਪੁੰਨ ਨੇ, ਔਰ ਉਹਨਾਂ ਦੇ ਵਿਦਿਅਕ ਗੁਣ ਅਤੇ ਉਹਨਾਂ ਦੀ ਉਤਪਾਦਕਤਾ ਨੂੰ ਅਸੀਂ ਮਨੁੱਖੀ ਸਾਧਨ ਕਹਿੰਦੇ ਹਾਂ। ਠੀਕ ਹੈ ਬੇਟੇ। ਅਸੀਂ ਅਗਰ ਧਿਆਨ ਨਾਲ ਦੇਖੀਏ ਤਾਂ ਲੈਸਨ ਦੇ ਸ਼ੁਰੂ ਵਿੱਚ ਸਾਨੂੰ ਦੱਸਿਆ ਗਿਆ ਆ ਕਿ ਭਾਰਤ ਦੀ ਜਨਸੰਖਿਆ ਜਿਹੜੀ ਆ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ ਔਰ ਜਿਹੜਾ ਸੈਂਸਸ 2011 ਦੇ ਅਨੁਸਾਰ ਲਗਭਗ ਇਹ 121 ਕਰੋੜ ਹੈ। ਪਰ ਭਾਰਤ ਦੀ ਇਸ ਜਨਸੰਖਿਆ ਨੂੰ ਬਹੁਤੀ ਦੇਰ ਤੱਕ ਅਸੀਂ ਜ਼ਿੰਮੇਵਾਰੀ ਹੀ ਸਮਝਦੇ ਰਹੇ ਹਾਂ, ਜਦ ਕਿ ਇਹ ਜਨਸੰਖਿਆ ਨੂੰ ਆਪਾਂ ਪੂੰਜੀ ਵਿੱਚ ਬਦਲ ਸਕਦੇ ਹਾਂ। ਯਾਨੀ ਇਸ ਲੈਸਨ ਵਿੱਚ ਆਪਾਂ ਇਹ ਦੇਖਾਂਗੇ ਕਿ ਕਿਸ ਤਰੀਕੇ ਨਾਲ ਕਿਸੇ ਦੇਸ਼ ਦੀ ਜਨਸੰਖਿਆ ਸਿਰਫ ਜ਼ਿੰਮੇਵਾਰੀ ਹੀ ਨਹੀਂ ਸਗੋਂ ਪੂੰਜੀ ਬਣ ਸਕਦੀ ਹੈ। ਹੁਣ ਅਗਰ ਗੱਲ ਕੀਤੀ ਜਾਵੇ ਮਨੁੱਖੀ ਸੰਸਾਧਨ ਦੀ, ਅਤੇ ਮਨੁੱਖ ਜਿਹੜਾ ਆ ਕਿਸੇ ਵੀ ਦੇਸ਼ ਦੀ ਜਿਹੜੀ ਜਨਸੰਖਿਆ ਆ ਉਹ ਉਸ ਦੇਸ਼ ਲਈ ਬਹੁਤ ਜ਼ਿਆਦਾ ਉਪਯੋਗੀ ਹੈ। ਠੀਕ ਹੈ। ਜਿਹੜਾ ਮਨੁੱਖੀ ਸਾਧਨ ਹੈ ਇਹ ਸਭ ਤੋਂ ਉਪਯੋਗੀ ਅਤੇ ਮਹੱਤਵਪੂਰਨ ਹੈ, ਕਿਉਂਕਿ ਇਹ ਮਨੁੱਖੀ ਸਾਧਨ ਹੀ ਆਪਣੀ ਸੂਝ, ਸਮਝ ਅਤੇ ਸਿੱਖਿਆ ਰਾਹੀਂ ਕੁਦਰਤੀ ਸਾਧਨਾਂ ਨੂੰ ਹੋਰ ਉਪਯੋਗੀ ਬਣਾ ਸਕਦਾ ਹੈ। ਵਧੀਆ ਡਾਕਟਰ, ਵਧੀਆ ਇੰਜੀਨੀਅਰ, ਅਧਿਆਪਕ, ਸਾਇੰਸਦਾਨ, ਛੋਟਾ ਹਰ ਇੱਕ ਕੰਮ ਕਰਨ ਵਾਲੇ ਕਿਰਤੀ, ਜਦ ਕਿ ਉਹ ਸਾਰੇ ਕਿਰਤੀ ਇਹ ਜਿਹੜੀ ਦੇਸ਼ ਦੀ ਤਰੱਕੀ ਦਾ ਕਾਰਨ ਬਣਦੇ ਨੇ। ਠੀਕ ਹੈ। ਹੁਣ ਮਨੁੱਖੀ ਸੰਸਾਧਨ ਵੀ ਇਹਨਾਂ ਵਿੱਚੋਂ ਹੀ ਨਿਕਲਦਾ। ਮਨੁੱਖੀ ਸੰਸਾਧਨ ਦੇਖਿਆ ਜਾਵੇ ਤਾਂ ਮਨੁੱਖੀ ਸੰਸਾਧਨ ਕਿਸੇ ਵੀ ਦੇਸ਼ ਦੇ ਕੰਮ ਕਰਨ ਵਾਲੇ ਲੋਕ, ਜਿਵੇਂ ਕਿ ਕਿਰਤੀ, ਕਿਸਾਨ, ਅਧਿਆਪਕ, ਮਜ਼ਦੂਰ, ਡਾਕਟਰ, ਇੰਜੀਨੀਅਰ, ਸਾਇੰਸਦਾਨ, ਯਾਨੀ ਸਾਰੇ ਲੋਕ ਜੋ ਆਪਣੀ ਉਤਪਾਦਨ ਕੁਸ਼ਲਤਾ ਅਤੇ ਯੋਗਤਾ ਦੇ ਨਾਲ ਕੁੱਲ ਰਾਸ਼ਟਰੀ ਉਤਪਾਦ ਦੀ ਸਿਰਜਣਾ ਵਿੱਚ ਹਿੱਸਾ ਪਾਉਣ, ਉਹਨਾਂ ਨੂੰ ਮਨੁੱਖੀ ਸੰਸਾਧਨ ਕਿਹਾ ਜਾਂਦਾ ਹੈ। ਯਾਨੀ ਸੰਖੇਪ ਸ਼ਬਦਾਂ ਵਿੱਚ ਉਹ ਸਾਰੀ ਜਨਸੰਖਿਆ, ਉਹ ਸਾਰੇ ਕਿਰਤੀ ਕਾਮੇ ਲੋਕ, ਉਹ ਸਾਰੇ ਇੰਜੀਨੀਅਰ, ਡਾਕਟਰ, ਅਧਿਆਪਕ ਜੋ ਦਿਨ ਰਾਤ ਮਿਹਨਤ ਕਰਕੇ ਆਪਣੇ ਦੇਸ਼ ਦੀ ਜਿਹੜੀ ਹੈਗੀ ਆ, ਦੇਸ਼ ਨੂੰ ਵਿਕਾਸ ਦੇ ਵੱਲ ਲੈ ਕੇ ਜਾਣ, ਜਿਹੜੇ ਦੇਸ਼ ਦੀ ਜਿਹੜੀ ਹੈਗੀ ਆ ਉਤਪਾਦਨ ਕੁਸ਼ਲਤਾ ਨੂੰ ਵਧਾਉਣ ਅਤੇ ਰਾਸ਼ਟਰੀ ਉਤਪਾਦ ਦੀ ਸਿਰਜਣਾ ਕਰਨ, ਉਹਨਾਂ ਨੂੰ ਹੀ ਮਨੁੱਖੀ ਸੰਸਾਧਨ ਕਿਹਾ ਜਾਂਦਾ ਹੈ।
ਤੇ ਹਰ ਦੇਸ਼ ਲਈ ਇਹ ਬਹੁਤ ਜ਼ਰੂਰੀ ਹੈ। ਇਹ ਸਭ ਤੋਂ ਉੱਤਮ ਸਾਧਨ ਹੈ ਬੇਟੇ। ਮਨੁੱਖੀ ਸਾਧਨ ਸਾਰੇ ਸਾਧਨਾਂ ਤੋਂ ਉੱਤਮ ਸਾਧਨ ਹੈ। ਹੁਣ ਮਨੁੱਖੀ ਪੂੰਜੀ ਨਿਰਮਾਣ ਇੱਕ ਲਫ਼ਜ਼ ਆਇਆ ਇਹਦੇ ਵਿੱਚ, ਇਸ ਲੈਸਨ ਦੇ ਵਿੱਚ, ਮਨੁੱਖੀ ਪੂੰਜੀ ਨਿਰਮਾਣ। ਜਦੋਂ ਵਰਤਮਾਨ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਆਪਾਂ ਸਿੱਖਿਆ ਦੇ ਕੇ ਚੰਗੀ ਸਿਹਤ ਨਾਲ ਵਿਕਸਿਤ ਕਰਦੇ ਹਾਂ, ਔਰ ਇਸੇ ਨੂੰ ਹੀ ਮਨੁੱਖੀ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਔਰ ਇਹ ਮਨੁੱਖੀ ਪੂੰਜੀ ਦੇਸ਼ ਦੇ ਕੁੱਲ ਰਾਸ਼ਟਰੀ ਉਤਪਾਦ ਨੂੰ ਵਧਾ ਕੇ ਆਰਥਿਕ ਵਿਕਾਸ ਕਰਦੀ ਹੈ। ਠੀਕ ਹੈ ਬੇਟੇ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਸੇ ਦੇਸ਼ ਦੀ ਜਨਸੰਖਿਆ ਵਿੱਚ ਪੜ੍ਹੇ ਲਿਖੇ, ਕਿਰਤੀ, ਕਿਸਾਨ, ਮਜ਼ਦੂਰ, ਡਾਕਟਰ, ਇੰਜੀਨੀਅਰ ਜੋ ਆਪਣੇ ਉਤਪਾਦਨ ਕੁਸ਼ਲਤਾ ਅਤੇ ਯੋਗਤਾ ਨਾਲ ਰਾਸ਼ਟਰੀ ਉਤਪਾਦ ਦੀ ਸਿਰਜਣਾ ਵਿੱਚ ਹਿੱਸਾ ਪਾਉਣ, ਦੇਸ਼ ਦੀ ਤਰੱਕੀ ਵਿੱਚ ਸਿਰਜਣਾ ਪਾਉਣ, ਉਹੀ ਮਨੁੱਖੀ ਸੰਸਾਧਨ ਅਖਾਉਂਦੇ ਹਨ। ਮਨੁੱਖੀ ਸੰਸਾਧਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਅਤੇ ਅਹਿਮ ਹਿੱਸਾ ਹੈ। ਹੁਣ ਅਗਰ ਦੇਖਿਆ ਜਾਵੇ, ਇਹ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇੱਕ ਡਾਕਟਰ ਜਿਹੜਾ ਹੈ ਉਹ ਦੇਸ਼ ਵਿੱਚ ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਕਰਦਾ ਹੈ। ਡਾਕਟਰਾਂ ਦੁਆਰਾ ਲੋਕਾਂ ਦਾ ਇਲਾਜ ਕੀਤਾ ਜਾਂਦਾ ਆ, ਗੰਭੀਰ ਬਿਮਾਰੀਆਂ ਦੇ ਜਿਹੜੇ ਹੱਲ ਜਾਂ ਇਲਾਜ ਲੱਭੇ ਜਾਂਦੇ ਹਨ। ਇੱਕ ਅਧਿਆਪਕ ਰਾਸ਼ਟਰ ਦਾ ਨਿਰਮਾਣ ਕਰਦਾ ਆ। ਕਿਸ ਤਰੀਕੇ ਨਾਲ ਇੰਜੀਨੀਅਰ, ਮਜ਼ਦੂਰ ਜਿਹੜੇ ਕੰਮ ਕਰਦੇ ਨੇ ਦਿਨ ਰਾਤ, ਉਹ ਦੇਸ਼ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੀਆਂ ਵੱਡੀਆਂ ਮਸ਼ੀਨਾਂ ਔਰ ਸੜਕਾਂ ਦਾ, ਆਵਾਜਾਈ ਦਾ, ਹਰ ਚੀਜ਼ ਦਾ ਜਿਹੜਾ ਨਿਰਮਾਣ ਇਹਨਾਂ ਦੁਆਰਾ ਕੀਤਾ ਜਾਂਦਾ ਆ। ਇਹ ਤੋਂ ਇਲਾਵਾ ਹਰ ਇੱਕ ਕੰਮ ਕਰਨ ਵਾਲਾ ਵਿਅਕਤੀ, ਭਾਵੇਂ ਉਹ ਦਰਜੀ ਹੋਵੇ, ਭਾਵੇਂ ਉਹ ਮਜ਼ਦੂਰ ਹੋਵੇ, ਭਾਵੇਂ ਕਿਸਾਨ, ਹਰ ਕੋਈ ਆਪਣੀ ਜਿਹੜੀ ਆ ਦੇਸ਼ ਦੀ ਜਿਹੜੀ ਤਰੱਕੀ ਵਿੱਚ ਹਿੱਸੇਦਾਰ ਹੁੰਦਾ ਹੈ ਔਰ ਹਿੱਸਾ ਪਾ ਰਿਹਾ ਹੁੰਦਾ ਹੈ। ਠੀਕ ਹੈ, ਹੁਣ ਇਹਦੇ ਵਿੱਚ ਸਾਡੇ ਲੈਸਨ ਦੇ ਵਿੱਚ ਇੱਕ ਬੜੀ ਵਧੀਆ ਐਗਜ਼ਾਮਪਲ ਦਿੱਤੀ ਗਈ ਹੈ ਕਿ ਦੋ ਵਿਅਕਤੀ ਜਿਵੇਂ ਮਨਦੀਪ ਸਿੰਘ ਅਤੇ ਗੁਰਪ੍ਰੀਤ, ਠੀਕ ਹੈ, ਉਹ ਇੱਕ ਹੀ ਪਿੰਡ ਵਿੱਚ ਰਹਿੰਦੇ ਹਨ। ਜਿਹੜੇ ਮਨਦੀਪ ਦੇ ਪਿਤਾ ਜਿਹੜੇ ਆ ਉਹ ਖੇਤਾਂ 'ਚ ਕੰਮ ਕਰਦੇ ਹਨ ਅਤੇ ਮਾਤਾ ਘਰ ਦਾ ਕੰਮ ਕਰਦੀ ਹੈ। ਉਹਦੀ ਛੋਟੀ ਭੈਣ ਜਿਹੜੀ ਆ ਉਹਦਾ ਵੀ ਧਿਆਨ ਉਸਦੀ ਮਾਤਾ ਰੱਖਦੀ ਹੈ। ਠੀਕ ਹੈ, ਅਤੇ ਮਾਤਾ ਪਿਤਾ ਚਾਹੁੰਦੇ ਹਨ ਉਹ ਬੱਚੇ ਨੂੰ ਸਿੱਖਿਆ ਦੇਣ, ਠੀਕ ਹੈ, ਅਤੇ ਉਹ ਕੋਈ ਰੁਜ਼ਗਾਰ ਸ਼ੁਰੂ ਕਰ ਸਕੇ। ਇਸ ਲਈ ਉਹ ਸਕੂਲ ਦੇ ਪਿੰਡ ਵਿੱਚ ਉਹਨੂੰ ਦਾਖਲ ਕਰਵਾਉਂਦੇ ਹਨ ਔਰ ਬੱਚਾ ਪੜ੍ਹ ਲਿਖ ਕੇ ਜਦੋਂ ਵਧੀਆ ਅੰਕਾਂ ਨਾਲ ਪਾਸ ਹੁੰਦਾ ਹੈ ਅਤੇ ਫਿਰ ਕੋਈ ਕਿੱਤਾ ਮੁਖੀ ਕੰਪਿਊਟਰ ਕੋਰਸ ਕਰਵਾ ਦਿੰਦੇ ਹਨ। ਬਾਅਦ ਵਿੱਚ ਉਸਨੂੰ ਨੌਕਰੀ ਮਿਲ ਜਾਂਦੀ ਹੈ। ਉਹ ਆਪਣੀ ਤਨਖਾਹ ਵਿੱਚੋਂ ਪਿਤਾ ਦੁਆਰਾ ਆਪਣੀ ਪੜ੍ਹਾਈ ਲਈ ਲਿਆ ਗਿਆ ਸਾਰਾ ਕਰਜ਼ਾ ਵੀ ਮੋੜ ਦਿੰਦਾ ਆ ਅਤੇ ਆਪਣੀ ਭੈਣ ਨੂੰ ਵੀ ਉਚੇਰੀ ਸਿੱਖਿਆ ਲਈ ਪ੍ਰੇਰਿਤ ਕਰਦਾ ਹੈ ਔਰ ਉਸਨੂੰ ਡਾਕਟਰ ਬਣਨ ਵਿੱਚ ਉਹਦੀ ਵਿੱਤੀ ਸਹਾਇਤਾ ਕਰਦਾ ਹੈ। ਜਦ ਕਿ ਦੂਸਰੇ ਪਾਸੇ ਗੁਰਪ੍ਰੀਤ ਜਿਹੜਾ ਲੜਕਾ ਹੈ, ਉਸਦੇ ਪਿਤਾ ਇੱਕ ਖੇਤ ਦੇ ਮਜ਼ਦੂਰ ਹਨ ਅਤੇ ਗੁਰਪ੍ਰੀਤ ਖੁਦ ਛੋਟੀ ਉਮਰ ਦਾ ਹੈ। ਉਸਦੇ ਪਿਤਾ ਜਿਹੜੇ ਪਹਿਲਾਂ ਮਜ਼ਦੂਰ ਸਨ ਅਤੇ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਉਸਦੀ ਮਾਤਾ ਦੇ ਖੇਤਾਂ ਵਿੱਚ ਕੰਮ ਕਰਨ ਤੋਂ ਹੁੰਦਾ ਆ। ਮਤਲਬ ਉਸਦੇ ਪਿਤਾ ਤੋਂ ਬਾਅਦ ਉਸਦੀ ਮਾਤਾ ਖੇਤਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਆ, ਪਰ ਉਹ ਬੱਚੇ ਨੂੰ ਪੜ੍ਹਾ ਨਹੀਂ ਪਾਉਂਦੀ ਔਰ ਉਸਨੂੰ ਪੌਸ਼ਟਿਕ ਭੋਜਨ ਵੀ ਨਹੀਂ ਦੇ ਪਾਉਂਦੀ। ਠੀਕ ਹੈ, ਉਹ ਖੁਦ ਵੀ ਬਿਮਾਰ ਰਹਿੰਦੀ ਹੈ। ਇਸ ਤਰੀਕੇ ਨਾਲ ਕੀ ਹੈ ਕਿ ਬੱਚੇ ਜਿਹੜਾ ਆ ਉਹ ਬੱਚਾ ਨਾ ਤਾਂ ਸਰੀਰਕ ਪੱਖੋਂ ਤਕੜਾ ਆ ਔਰ ਨਾ ਹੀ ਸਿਹਤਮੰਦ ਆ ਅਤੇ ਨਾ ਹੀ ਉਹ ਪੜ੍ਹਿਆ ਲਿਖਿਆ। ਇਸ ਕਰਕੇ ਉਸਨੂੰ ਸਿਵਾਏ ਮਜ਼ਦੂਰੀ ਜਾਂ ਖੇਤਾਂ ਵਿੱਚ ਕੰਮ ਕਰਨ ਤੋਂ ਇਲਾਵਾ ਉਸਨੂੰ ਕੋਈ ਹੋਰ ਕੰਮ ਨਹੀਂ ਮਿਲ ਪਾਉਂਦਾ ਅਤੇ ਉਹ ਉਸੇ ਕੰਮ 'ਤੇ ਹੀ ਗੁਜ਼ਾਰਾ ਕਰਦਾ ਆ ਔਰ ਨਾ ਪੜ੍ਹਿਆ ਹੋਣ ਕਰਕੇ ਉਹ ਉਸ ਨੂੰ ਸਹੀ ਢੰਗ ਨਾਲ ਨਹੀਂ ਕਰ ਪਾਉਂਦਾ ਅਤੇ ਉਹਦੀ ਆਮਦਨ ਘੱਟ ਰਹਿੰਦੀ ਹੈ। ਯਾਨੀ ਇਸ ਤੋਂ ਅਸੀਂ ਕੀ ਸਿੱਖਦੇ ਹਾਂ ਕਿ ਇੱਕ ਪੜ੍ਹਿਆ ਲਿਖਿਆ ਵਿਅਕਤੀ ਜਿਹੜਾ ਆ ਉਹ ਆਪਣਾ ਵੀ ਵਿਕਾਸ ਕਰ ਸਕਦਾ ਆ, ਆਪਣੇ ਪਰਿਵਾਰ ਦਾ ਵਿਕਾਸ ਵੀ ਕਰ ਸਕਦਾ ਆ ਅਤੇ ਆਪਣੇ ਪਰਿਵਾਰ ਤੋਂ ਬਾਅਦ ਆਪਣੇ ਰਾਸ਼ਟਰ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦਾ ਹੈ। ਤੋ ਇਸ ਤਰੀਕੇ ਨਾਲ ਮਨੁੱਖੀ ਸੰਸਾਧਨ ਜਿਹੜਾ ਆ ਜਿੰਨਾ ਨਿਪੁੰਨ ਹੋਏਗਾ, ਜਿੰਨਾ ਸਿੱਖਿਅਤ ਹੋਏਗਾ, ਜਿੰਨਾ ਸਿਹਤਮੰਦ ਹੋਏਗਾ, ਉਨੀ ਹੀ ਦੇਸ਼ ਦੀ ਤਰੱਕੀ ਜਿਹੜੀ ਆ ਉਹ ਜ਼ਿਆਦਾ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ। ਹੁਣ ਅੱਗੇ ਆਪਾਂ ਪੜ੍ਹਨ ਲੱਗੇ ਹਾਂ। ਅੱਗੇ ਦਾ ਟੌਪਿਕ ਹੈ ਕਿ ਮਨੁੱਖੀ ਸੰਸਾਧਨ ਦੁਆਰਾ ਕੀਤੀਆਂ ਜਾਂਦੀਆਂ ਕਿਰਿਆਵਾਂ। ਹੁਣ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਮਨੁੱਖੀ ਸੰਸਾਧਨ ਦੁਆਰਾ ਦੋ ਤਰ੍ਹਾਂ ਦੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ। ਪਹਿਲੀ ਕਿਰਿਆ ਹੈ ਆਰਥਿਕ ਕਿਰਿਆ। ਮਨੁੱਖੀ ਸਾਧਨ ਕਿਹੜਾ ਕੰਮ ਕਰਦਾ ਆ? ਮਨੁੱਖ, ਯਾਨੀ ਮਨੁੱਖ ਹੀ ਸਮਝ ਲਓ ਤੁਸੀਂ। ਮਨੁੱਖੀ ਸਾਧਨ ਮਤਲਬ ਮਨੁੱਖ ਸਭ ਤੋਂ ਪਹਿਲਾਂ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਕਰਦਾ ਹੈ। ਹੁਣ ਆਰਥਿਕ ਕਿਰਿਆਵਾਂ ਦੀ ਅਗਰ ਗੱਲ ਕਰੀਏ ਤਾਂ ਕੋਈ ਵੀ ਕਿਰਿਆ ਜਿਹੜੀ ਧਨ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ਉਸਨੂੰ ਆਰਥਿਕ ਕਿਰਿਆ ਕਹਿੰਦੇ ਹਨ।
ਜਿਵੇਂ ਮਜ਼ਦੂਰ ਦਾ ਮਜ਼ਦੂਰੀ ਕਰਨਾ, ਕਿਸਾਨ ਦਾ ਖੇਤਾਂ ਵਿੱਚ ਕੰਮ ਕਰਨਾ, ਅਧਿਆਪਕ ਦਾ ਸਕੂਲ ਵਿੱਚ ਪੜ੍ਹਾਉਣਾ, ਡਾਕਟਰ ਦਾ ਹਸਪਤਾਲ ਵਿੱਚ ਕੰਮ ਕਰਨਾ, ਕਿਸੇ ਵੀ ਨਿੱਜੀ ਕੰਪਨੀ 'ਚ ਕਿਸੇ ਵਿਅਕਤੀ ਦਾ ਕੰਮ ਕਰਨਾ। ਠੀਕ ਹੈ, ਇਹ ਸਾਰੀਆਂ ਆਰਥਿਕ ਕਿਰਿਆਵਾਂ ਹਨ, ਕਿਉਂਕਿ ਇਸ ਤੋਂ ਬਾਅਦ ਸਾਨੂੰ ਧਨ ਦਾ ਲਾਭ ਹੁੰਦਾ ਆ। ਅਸੀਂ ਇਹ ਆਰਥਿਕ ਕਿਰਿਆ ਕਰਦੇ ਹਾਂ, ਇਹਦੇ ਬਦਲੇ 'ਚ ਸਾਨੂੰ ਮਜ਼ਦੂਰੀ ਜਾਂ ਧਨ ਮਿਲਦਾ ਹੈ। ਠੀਕ ਹੈ, ਦੂਸਰੀਆਂ ਕਿਰਿਆਵਾਂ ਹਨ ਅਣ ਆਰਥਿਕ ਕਿਰਿਆਵਾਂ। ਜਿਵੇਂ ਹੁਣ ਘਰ ਵਿੱਚ ਮਾਂ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ, ਗ੍ਰਹਿਣੀ ਆਪਣੇ ਕੱਪੜੇ ਸਿਉਂਦੀ ਹੈ, ਅਧਿਆਪਕ ਆਪਣੇ ਹੀ ਬੱਚਿਆਂ ਨੂੰ ਪੜ੍ਹਾਉਂਦਾ ਹੈ, ਔਰਤ ਆਪਣੇ ਘਰ ਵਿੱਚ ਕੰਮ ਕਰਦੀ ਹੈ, ਜਾਂ ਡਾਕਟਰ ਆਪਣੇ ਹੀ ਬੱਚੇ ਦਾ ਇਲਾਜ ਕਰਦਾ ਆ। ਅਤੇ ਇਹ ਕਿਰਿਆਵਾਂ ਅਣ ਆਰਥਿਕ ਨੇ, ਮਤਲਬ ਇਹਨਾਂ ਦੇ ਬਦਲੇ ਉਹਨਾਂ ਨੂੰ ਕੋਈ ਜਿਹੜੀ ਆ ਪੂੰਜੀ ਜਾਂ ਪੈਸਾ ਜਾਂ ਮਜ਼ਦੂਰੀ ਨਹੀਂ ਮਿਲਦੀ। ਠੀਕ ਹੈ, ਇਹ ਕੰਮ ਅਣ ਆਰਥਿਕ ਕਿਰਿਆਵਾਂ ਉਹ ਆਪਣੇ ਜੀਵਨ ਨੂੰ ਵਧੀਆ ਚਲਾਉਣ ਵਾਸਤੇ ਜਾਂ ਜੀਵਨ ਦੇ ਨਿਰਵਾਹ ਵਾਸਤੇ ਉਹਨਾਂ ਨੂੰ ਕਰਨੀਆਂ ਪੈਂਦੀਆਂ ਨੇ। ਤੋ ਇਹ ਦੋ ਤਰ੍ਹਾਂ ਦੀਆਂ ਕਿਰਿਆਵਾਂ ਜਿਹੜੀਆਂ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਹਨ। ਇਹ ਪਹਿਲੀ ਹੈ ਆਰਥਿਕ ਕਿਰਿਆ ਅਤੇ ਦੂਜੀ ਹੈ ਅਣ ਆਰਥਿਕ ਕਿਰਿਆ। ਹੁਣ ਬੇਟਾ ਆਰਥਿਕ ਕਿਰਿਆ ਜਿਹੜੀ ਆਪਾਂ ਕੀਤੀ ਜਾਂਦੀ ਹੈ, ਇਸ ਆਰਥਿਕ ਕਿਰਿਆ ਦੇ ਮੁੱਖ 3 ਖੇਤਰ ਹਨ। ਧਿਆਨ ਨਾਲ ਸਮਝਣਾ ਕਿ ਇਹ ਆਰਥਿਕ ਕਿਰਿਆਵਾਂ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਹਨ, ਉਹ 3 ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਹੈ ਮੁੱਢਲਾ ਖੇਤਰ। ਇਸ ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ, ਯਾਨੀ ਅਸੀਂ ਕੁਦਰਤੀ ਸਾਧਨਾਂ ਨਾਲ ਕੋਈ ਚੀਜ਼ ਪੈਦਾ ਕਰਦੇ ਹਾਂ, ਉਸ ਨੂੰ ਮੁੱਢਲਾ ਖੇਤਰ ਕਿਹਾ ਜਾਂਦਾ ਹੈ। ਜਿਵੇਂ ਖੇਤੀਬਾੜੀ ਕਰਨਾ, ਭੂਮੀ ਇੱਕ ਕੁਦਰਤੀ ਸਾਧਨ ਆ, ਉਹਦੇ ਉੱਪਰ ਅਸੀਂ ਖੇਤੀ ਕਰਦੇ ਹਾਂ। ਠੀਕ ਹੈ, ਔਰ ਉਸ ਖੇਤੀ ਦੀ ਜਿਹੜੀ ਉਪਜ ਆ ਉਸ ਨੂੰ ਵੇਚ ਕੇ ਅਸੀਂ ਧਨ ਪ੍ਰਾਪਤ ਕਰਦੇ ਹਾਂ। ਦੂਸਰਾ ਪਸ਼ੂ, ਜਿਹੜੇ ਕਿ ਕੁਦਰਤੀ ਸਾਧਨ ਨੇ, ਪਰਮਾਤਮਾ ਦੁਆਰਾ ਪੈਦਾ ਕੀਤੇ ਨੇ, ਅਸੀਂ ਉਹਨਾਂ ਨੂੰ ਪਾਲਦੇ ਹਾਂ ਅਤੇ ਉਹਨਾਂ ਤੋਂ ਦੁੱਧ ਜਾਂ ਮੀਟ ਜਿਹੜਾ ਅਸੀਂ ਵੇਚ ਕੇ ਪੈਸਾ ਕਮਾਉਂਦੇ ਹਾਂ। ਇਸੇ ਤਰ੍ਹਾਂ ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ ਅਤੇ ਖਾਣਾ ਵਿੱਚ ਕੰਮ ਕਰਨਾ। ਇਹ ਤੋਂ ਇਲਾਵਾ ਵਣਾਂ, ਜੰਗਲਾਂ ਜਾਂ ਚਾਰਾਗਾਹਾਂ ਵਿੱਚ ਕੰਮ ਕਰਨਾ ਅਤੇ ਪੈਸਾ ਕਮਾਉਣਾ, ਇਹ ਆਰਥਿਕ ਕਿਰਿਆ ਦਾ ਮੁੱਢਲਾ ਖੇਤਰ ਹੈ। ਸਮਝ ਆ ਗਈ ਬੇਟੇ? ਮੁੱਢਲਾ ਖੇਤਰ ਮਤਲਬ ਉਹ ਖੇਤਰ ਜਿਸ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਅਸੀਂ ਉਤਪਾਦਨ ਕਰਦੇ ਹਾਂ। ਦੂਸਰਾ ਖੇਤਰ ਜਿਹੜਾ ਆ ਉਹ ਹੈ ਗੌਣ ਖੇਤਰ। ਠੀਕ ਹੈ, ਇਸ ਖੇਤਰ ਵਿੱਚ ਮੁੱਢਲੀ ਖੇਤਰ ਦੇ ਉਤਪਾਦ ਨੂੰ ਕੱਚੇ ਮਾਲ ਦੀ ਤਰ੍ਹਾਂ ਵਰਤ ਕੇ ਵਸਤੂਆਂ ਬਣਾਈਆਂ ਜਾਂਦੀਆਂ ਹਨ। ਠੀਕ ਹੈ, ਯਾਨੀ ਇਸ ਖੇਤਰ ਵਿੱਚ ਜੋ ਮੁੱਢਲੇ ਖੇਤਰ ਵਿੱਚ ਅਸੀਂ ਪੈਦਾ ਕੀਤਾ ਆ ਉਸ ਨੂੰ ਕੱਚੇ ਮਾਲ ਦੇ ਤੌਰ 'ਤੇ ਵਰਤਦੇ ਹਾਂ ਔਰ ਵਸਤੂਆਂ ਦੇ ਜਿਹੜੀ ਨਵੀਆਂ ਵਸਤੂਆਂ ਬਣਾਉਂਦੀਆਂ, ਜਿਵੇਂ ਗੰਨੇ ਤੋਂ ਗੁੜ ਜਾਂ ਖੰਡ ਦਾ ਬਣਾਉਣਾ, ਕਪਾਹ ਤੋਂ ਕੱਪੜਾ ਤਿਆਰ ਕਰਨਾ ਆਦਿ। ਇਹ 2 ਖੇਤਰ ਹੋ ਗਏ, ਮੁੱਢਲਾ ਖੇਤਰ ਅਤੇ ਗੌਣ ਖੇਤਰ। ਤੀਸਰਾ ਖੇਤਰ ਹੈ ਸੇਵਾ ਖੇਤਰ। ਇਸ ਖੇਤਰ ਵਿੱਚ ਉਹ ਸਾਰੀਆਂ ਸੇਵਾਵਾਂ, ਉਹ ਸਾਰੇ ਕੰਮ, ਉਹ ਸਾਰੇ ਕਿੱਤੇ ਆ ਜਾਂਦੇ ਹਨ ਜੋ ਮੁੱਢਲੇ ਅਤੇ ਗੌਣ ਖੇਤਰ ਦੀਆਂ ਕਿਰਿਆਵਾਂ ਲਈ ਜ਼ਰੂਰੀ ਹਨ, ਜਿਵੇਂ ਕਿ ਵਪਾਰ, ਆਵਾਜਾਈ, ਸੰਚਾਰ, ਬੈਂਕਿੰਗ, ਸਿੱਖਿਆ ਅਤੇ ਸਿਹਤ ਆਦਿ। ਯਾਨੀ ਅਸੀਂ ਖੇਤੀਬਾੜੀ ਕਰਦੇ ਹਾਂ, ਪਰ ਖੇਤੀਬਾੜੀ ਦੀਆਂ ਫਸਲਾਂ ਨੂੰ ਲਿਜਾਉਣ ਵਾਸਤੇ, ਠੀਕ ਹੈ, ਸਾਨੂੰ ਆਵਾਜਾਈ ਦੇ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ, ਸਾਨੂੰ ਬੈਂਕ ਦੇ ਜ਼ਰੂਰਤ ਪੈਂਦੀ ਹੈ ਕਰਜ਼ਾ ਲੈਣ ਵਾਸਤੇ, ਔਰ ਸਾਨੂੰ ਸੰਚਾਰ ਸਾਧਨਾਂ ਦੀ ਜ਼ਰੂਰਤ ਵੀ ਪੈਂਦੀ ਹੈ। ਯਾਨੀ ਜਿਹੜਾ ਵੀ ਕੰਮ ਅਸੀਂ ਮੁੱਢਲੇ ਖੇਤਰ ਵਿੱਚ ਜਾਂ ਗੌਣ ਖੇਤਰ ਵਿੱਚ ਕਰਦੇ ਹਾਂ, ਉਹਨਾਂ ਸਾਰਿਆਂ ਲਈ ਸਾਨੂੰ ਇਹਨਾਂ ਸੇਵਾਵਾਂ ਦੀ ਲੋੜ ਪੈਂਦੀ ਹੈ। ਸਿੱਖਿਆ, ਸਿਹਤ, ਆਵਾਜਾਈ, ਸੰਚਾਰ, ਵਪਾਰ ਆਦਿ, ਇਸ ਨੂੰ ਸੇਵਾ ਖੇਤਰ ਕਿਹਾ ਜਾਂਦਾ ਹੈ। ਸੋ ਹੁਣ ਤੱਕ ਆਪਾਂ ਚੈਪਟਰ ਦੇ ਵਿੱਚ ਕੀ ਪੜ੍ਹਿਆ ਆ? ਸਭ ਤੋਂ ਪਹਿਲਾਂ ਕਿ ਸਾਧਨ ਕੀ ਹੁੰਦੇ ਹਨ, ਉਸ ਤੋਂ ਬਾਅਦ ਅਸੀਂ ਪੜ੍ਹਿਆ ਆ ਕਿ ਮਨੁੱਖੀ ਸਾਧਨ ਜਾਂ ਮਨੁੱਖੀ ਸੰਸਾਧਨ ਕਿਸ ਨੂੰ ਕਿਹਾ ਜਾਂਦਾ ਹੈ, ਔਰ ਫਿਰ ਮਨੁੱਖੀ ਸਾਧਨ ਦੁਆਰਾ ਕਿਹੜੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਠੀਕ ਹੈ, ਔਰ ਇਹਨਾਂ ਮੁੱਖ ਕਿਰਿਆਵਾਂ, ਆਰਥਿਕ ਕਿਰਿਆਵਾਂ ਦੇ ਮੁੱਖ ਖੇਤਰ ਕਿਹੜੇ ਹਨ। ਸੋ ਉਮੀਦ ਹੈ ਕਿ ਤੁਹਾਨੂੰ ਇੰਨਾ ਸਮਝ ਆ ਗਿਆ ਹੋਵੇਗਾ ਅਗਰ ਤੁਸੀਂ ਧਿਆਨ ਨਾਲ ਚੈਪਟਰ ਨੂੰ ਪੜ੍ਹੋਗੇ, ਔਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਆਸਾਨੀ ਨਾਲ ਪੈ ਜਾਣਗੀਆਂ। ਥੈਂਕ ਯੂ।